ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਬਠਿੰਡਾ ਦੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਦੇ ਵਿੱਚ ਹੋਇਆ ਸਮਲਿੰਗੀ ਵਿਆਹ। ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ। ਆਨੰਦ ਕਾਰਜ ਕਰਵਾਉਣ ਵਾਲੇ ਪਾਠੀ ਸਿੰਘਾਂ ਦੇ ਖਿਲਾਫ ਕਾਰਵਾਈ ਦੀ ਉੱਠੀ ਮੰਗ। ਕੈਨੇਡਾ ਤੇ ਭਾਰਤ ਵਿਚਾਲੇ ਵਧਦਾ ਜਾ ਰਿਹਾ ਵਿਵਾਦ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਉੱਤੇ ਪ੍ਰਗਟਾਈ ਡੂੰਘੀ ਚਿੰਤਾ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵੱਖ-ਵੱਖ ਥਾਈਂ ਘੇਰੇ ਡੀਸੀ ਦਫ਼ਤਰ। ਦਿੱਤੀ ਸਰਕਾਰ ਨੂੰ ਚੇਤਾਵਨੀ, ਕਿਹਾ ਜੇਕਰ ਹੁਣ ਵੀ ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਸੰਘਰਸ਼ ਹੋਰ ਤਿੱਖਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਾਲੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ, ਬਲਕਿ ਵਧਦਾ ਜਾ ਰਿਹਾ ਹੈ। ਤੇ ਹੁਣ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਸਰਕਾਰ ਦੇ ਕਰਜ਼ੇ ਦੇ ਵੇਰਵੇ ਮੰਗੇ ਨੇ। ਉਹਨਾਂ ਨੇ ਪੱਤਰ ਲਿਖ ਕੇ ਸੀਐਮ ਮਾਨ ਤੋਂ ਪੈਸੇ ਦੀ ਸਹੀ ਵਰਤੋਂ ਦਾ ਵੇਰਵਾ ਮੰਗਿਆ। ਰਾਜਪਾਲ ਨੇ ਮੁੱਖ ਮੰਤਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਸਿਰ 50,000 ਕਰੋੜ ਰੁਪਏ ਦੇ ਕਰਜ਼ੇ ਦੇ ਵਧਣ ਦਾ ਵੇਰਵਾ ਦੇਣ ਲਈ ਕਿਹਾ ਹੈ, ਤਾਂ ਜੋ ਉਹ ਪ੍ਰਧਾਨ ਮੰਤਰੀ ਨੂੰ ਦੱਸ ਸਕਣ ਕਿ ਸਾਰੇ ਪੈਸੇ ਦੀ ਸਹੀ ਵਰਤੋਂ ਕੀਤੀ ਗਈ ਹੈ ਜਾਂ ਨਹੀਂ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਤੋਂ ਸੂਬਾ ਸਰਕਾਰ ਦੇ ਪੇਂਡੂ ਵਿਕਾਸ ਫੰਡ ਦੇ 5,637 ਕਰੋੜ ਰੁਪਏ ਲੈਣ ਲਈ ਦਖਲ ਦੇਣ ਦੀ ਬੇਨਤੀ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਦੇ ਕੋਲ ਇਸ ਮੁੱਦੇ ਨੂੰ ਉਠਾਇਆ ਗਿਆ ਸੀ। ਇਸ ਪੱਤਰ ਦੇ ਜਵਾਬ ਦੇ ਵਿੱਚ ਰਾਜਪਾਲ ਨੇ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਪਾਬੰਦ ਨੇ, ਪਰ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਨੇ ਇਸ ਮੁੱਦੇ ਉੱਤੇ ਮੇਰੇ ਕੋਲੋਂ ਪਹੁੰਚ ਕਰਨ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਲਈ ਸਾਨੂੰ ਇਸ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ। ਇਸੇ ਪੱਤਰ ਦੇ ਵਿੱਚ ਰਾਜਪਾਲ ਨੇ ਇਹ ਵੀ ਲਿਖਿਆ ਹੈ ਕਿ ਮੈਨੂੰ ਪਤਾ ਲੱਗਿਆ ਹੈ ਕਿ ਆਪ ਸਰਕਾਰ ਵੇਲੇ ਪੰਜਾਬ ਦਾ ਕਰਜ਼ਾ 50,000 ਕਰੋੜ ਰੁਪਏ ਵੱਧ ਚੁੱਕਿਆ ਹੈ। ਕਿਰਪਾ ਕਰਕੇ ਮੈਨੂੰ ਇਸ ਦਾ ਵੇਰਵਾ ਦਿਓ ਕਿ ਪੈਸੇ ਕਿੱਥੇ ਵਰਤੇ ਗਏ ਨੇ, ਤਾਂ ਜੋ ਮੈਂ ਪ੍ਰਧਾਨ ਮੰਤਰੀ ਨੂੰ ਦੱਸ ਸਕਾਂ ਕਿ ਇਹ ਪੈਸਾ ਪੂਰੀ ਤਰ੍ਹਾਂ ਸਹੀ ਥਾਂ ਉੱਤੇ ਵਰਤਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪੇਂਡੂ ਵਿਕਾਸ ਫੰਡ ਦੇ ਕਰੀਬ 3,000 ਕਰੋੜ ਰੁਪਏ ਪਹਿਲਾਂ ਹੀ ਰੋਕੇ ਗਏ ਨੇ, ਜਿਸ ਲਈ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਕਈ ਵਾਰ ਪੱਤਰ ਲਿਖੇ ਜਾ ਚੁੱਕੇ ਨੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ ਦੇ ਵਿੱਚ 18,000 ਕਰੋੜ ਰੁਪਏ ਦੀ ਕਟੌਤੀ ਕੀਤੀ ਸੀ। ਕੇਂਦਰ ਤੋਂ ਪੰਜਾਬ ਸਰਕਾਰ ਦੇ ਲਈ ਸਾਲਾਨਾ ਕਰਜ਼ੇ ਦੀ ਹੱਦ 39,000 ਕਰੋੜ ਰੁਪਏ ਸੀ, ਜਿਸ ਨੂੰ ਘਟਾ ਕੇ 21,000 ਕਰੋੜ ਰੁਪਏ ਕਰ ਦਿੱਤੀ ਗਈ ਹੈ। ਭਾਰਤੀ ਹਿੰਦੂਤਵੀ ਲੌਬੀ ਦੇ ਸਿੱਖਾਂ ਖਿਲਾਫ ਜ਼ਹਿਰੀਲੇ ਅਤੇ ਨਫ਼ਰਤੀ ਪ੍ਰੋਪੇਗੰਡੇ ਦਾ ਅਗਲਾ ਸ਼ਿਕਾਰ ਕੈਨੇਡਾ ਵਾਸੀ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਹੈ, ਜਿਸ ਨੂੰ ਸ਼ੁਭ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਥਨੀ ਦਾ ਭਾਵ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਗਾਇਕ ਆਪਣੀ ਬੇਵਾਕ ਅਤੇ ਅਣਖੀਲੀ ਗਾਇਕੀ ਕਰਕੇ ਇਸ ਪ੍ਰਚਾਰ ਦਾ ਸ਼ਿਕਾਰ ਹੋ ਚੁੱਕੇ ਨੇ। ਆਖਿਰ ਇਹ ਪੂਰਾ ਮਾਮਲਾ ਕੀ ਹੈ, ਇਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਸ਼ੁਭ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਅਜਿਹਾ ਨਾਮ ਜਿਸ ਦੀ ਅੱਜ ਹਰ ਪਾਸੇ ਚਰਚਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵਾਂਗ ਸ਼ੁਭ ਨੇ ਵੀ ਛੋਟੀ ਉਮਰ ਬਹੁਤ ਥੋੜੇ ਸਮੇਂ ਦੇ ਵਿੱਚ ਸੰਸਾਰ ਪੱਧਰ ਉੱਤੇ ਆਪਣੀ ਗਾਇਕੀ ਜ਼ਰੀਏ ਵੱਡਾ ਨਾਮਣਾ ਖੱਟਿਆ। ਉਸ ਦੀ ਪਹਿਚਾਣ ਇੱਕ ਮਸ਼ਹੂਰ ਪੰਜਾਬੀ ਰੈਪਰ ਦੇ ਤੌਰ ਉੱਤੇ ਸਥਾਪਿਤ ਹੋਈ। ਮੂਸੇਵਾਲੇ ਦੇ ਵਾਂਗ ਉਸ ਦੇ ਫੈਨ ਸਿਰਫ ਪੰਜਾਬ ਹੀ ਨਹੀਂ, ਸਗੋਂ ਹੋਰ ਸੱਭਿਆਚਾਰਾਂ ਦੇ ਲੋਕ ਵੀ ਉਸ ਨੂੰ ਪਸੰਦ ਕਰਦੇ ਨੇ। ਗਾਇਕੀ ਦੇ ਵਿੱਚ ਉਸ ਦਾ ਨਿਵੇਕਲਾ ਅੰਦਾਜ਼ ਨੌਜਵਾਨਾਂ ਨੂੰ ਕਾਫੀ ਪਸੰਦ ਆਇਆ। ਹਾਲ ਹੀ ਦੇ ਵਿੱਚ ਦੁਨੀਆ ਦੇ ਵੱਡੇ ਵਪਾਰਕ ਸ਼ਹਿਰ ਮੁੰਬਈ ਸਣੇ ਭਾਰਤ ਦੀਆਂ ਕਈ ਥਾਵਾਂ ਉੱਤੇ ਸ਼ੁਭ ਦੀ ਗਾਇਕੀ ਦੇ ਸ਼ੋਅ ਤੈਅ ਕੀਤੇ ਗਏ ਅਤੇ ਬੁੱਕ ਮਾਈ ਸ਼ੋਅ ਐਪ ਉੱਪਰ ਉਸ ਦੇ ਸ਼ੋਆਂ ਦੀਆਂ ਟਿਕਟਾਂ ਵੀ ਵੱਡੀ ਗਿਣਤੀ ਵਿੱਚ ਵਿਕ ਚੁੱਕੀਆਂ ਸਨ। ਉਸ ਨੂੰ ਪਸੰਦ ਕਰਨ ਵਾਲੇ ਉਸ ਦੇ ਸ਼ੋਆਂ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਪਰ ਜਦੋਂ ਉਸ ਦੇ ਮੁੰਬਈ ਦੇ ਵਿੱਚ ਪੋਸਟਰ ਲੱਗੇ ਤਾਂ ਭਾਰਤ ਦੀ ਸੱਤਾਧਾਰੀ ਹਿੰਦੂਤਵੀ ਪਾਰਟੀ ਭਾਜਪਾ ਦੇ ਯੂਥ ਵਿੰਗ ਦੇ ਗੁੰਡਿਆਂ ਨੇ ਉਸ ਦੇ ਖਿਲਾਫ ਜ਼ਹਿਰੀਲਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸ਼ਹਿਰ ਦੇ ਵਿੱਚ ਲੱਗੇ ਉਸ ਦੇ ਪੋਸਟਰ ਪਾੜੇ ਅਤੇ ਉਹਨਾਂ ਉੱਪਰ ਕਾਲਖ ਵੀ ਮਲੀ। ਹਿੰਦੂਤਵੀ ਅਨਸਰਾਂ ਨੇ ਸ਼ੁਭ ਦਾ ਸ਼ੋਅ ਨਾ ਹੋਣ ਦੇਣ ਦੀ ਧਮਕੀ ਦਿੱਤੀ।
ਇਸ ਜ਼ਹਿਰੀਲੇ ਪ੍ਰਚਾਰ ਦਾ ਆਧਾਰ ਇਹ ਬਣਾਇਆ ਗਿਆ ਕਿ ਉਸਨੇ ਇੰਸਟਾਗ੍ਰਾਮ ਉੱਪਰ ਇਸੇ 23 ਮਾਰਚ ਨੂੰ ਅਜਿਹੀਆਂ ਸਟੋਰੀਆਂ ਸਾਂਝੀਆਂ ਕੀਤੀਆਂ ਸਨ ਜਿਸ ਦੇ ਵਿੱਚ ਪੰਜਾਬ ਅਤੇ ਕਸ਼ਮੀਰ ਤੋਂ ਬਿਨਾਂ ਭਾਰਤ ਦੇ ਨਕਸ਼ੇ ਦੀ ਤਸਵੀਰ ਸਾਂਝੀ ਕੀਤੀ ਗਈ। ਇਸ ਤਸਵੀਰ ਦੇ ਵਿੱਚ ਪੰਜਾਬ ਅਤੇ ਹਰਿਆਣਾ ਨੂੰ ਗੂੜੇ ਰੰਗ ਦਾ ਵਿਖਾਇਆ ਗਿਆ ਅਤੇ ਇੱਕ ਪੁਲਿਸ ਵਾਲਾ ਉਹਨਾਂ ਉੱਪਰ ਤਸ਼ੱਦਦ ਕਰਦਾ ਦਿਸ ਰਿਹਾ ਸੀ। ਇਹ ਤਸਵੀਰ ਇੱਕ ਕਲਾਕਾਰ ਨੇ ਉਦੋਂ ਪੰਜਾਬ ਦੇ ਹਾਲਾਤਾਂ ਨੂੰ ਦਰਸਾਉਣ ਲਈ ਬਣਾਈ ਸੀ ਅਤੇ ਸ਼ੁਭ ਨੇ ਇਹ ਤਸਵੀਰ ਉਸ ਵੇਲੇ ਸਾਂਝੀ ਕੀਤੀ ਜਦੋਂ ਭਾਰਤੀ ਫੋਰਸਾਂ ਦਾ ਦਮਨ ਚੱਕਰ ਪੰਜਾਬ ਉੱਤੇ ਚੱਲ ਰਿਹਾ ਸੀ ਅਤੇ ਸਿੱਖ ਨੌਜਵਾਨਾਂ ਦੀ ਫੜੋ-ਫੜੀ ਹੋ ਰਹੀ ਸੀ। ਪੰਜਾਬੀਆਂ ਨੂੰ ਦਹਿਸ਼ਤਜ਼ਦਾ ਕਰਨ ਦੇ ਲਈ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਸਨ। ਲੰਮਾ ਸਮਾਂ ਪੰਜਾਬ ਦੇ ਵਿੱਚ ਇੰਟਰਨੈਟ ਸੇਵਾਵਾਂ ਸਰਕਾਰ ਨੇ ਠੱਪ ਰੱਖੀਆਂ। ਲੋਕਾਂ ਦਾ ਮੁਜ਼ਾਹਰਾ ਕਰਨ ਦਾ ਹੱਕ ਵੀ ਦੁਨੀਆ ਦੀਆਂ ਸਭ ਤੋਂ ਜਮਹੂਰੀਅਤ ਅਖਵਾਉਂਦੇ ਮੁਲਕ ਨੇ ਖੋਹ ਲਿਆ ਸੀ। ਲੋਕਾਂ ਉਤੇ ਨਜਾਇਜ਼ ਪਰਚੇ ਠੋਕੇ ਜਾ ਰਹੇ ਸਨ। ਉਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਸਣੇ 10 ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਗੈਰ ਕਾਨੂੰਨੀ ਸਰਗਰਮੀ ਦੇ ਕਾਲਾ ਕਾਨੂੰਨ NSA ਲਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਉਸ ਤਸਵੀਰ ਦਾ ਸਿਰਲੇਖ ਹੈ ਪ੍ਰੇ ਫੋਰ ਪੰਜਾਬ। ਇਸੇ ਤਰ੍ਹਾਂ ਉਸਨੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਤਰਜਮਾਨੀ ਕਰਦੇ ਹੋਏ ਜ਼ੁਲਮ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ, ਪਰ ਭਾਰਤੀ ਰਾਸ਼ਟਰਵਾਦੀਆਂ ਨੂੰ ਉਹ ਰਾਸ ਨਾ ਆਈ ਅਤੇ ਉਹ ਹੁਣ ਉਸ ਦੇ ਨਾਲ ਕਿੜ ਕੱਢ ਰਹੇ ਨੇ। ਪਰ ਝੂਠਾ ਪ੍ਰਚਾਰ ਕੀਤਾ ਗਿਆ ਹੈ ਕਿ ਉਸਨੇ ਭਾਰਤ ਦਾ ਨਕਸ਼ਾ ਪੰਜਾਬ ਅਤੇ ਕਸ਼ਮੀਰ ਦੇ ਨਕਸ਼ੇ ਨੂੰ ਵੱਖ ਕਰਕੇ ਵਿਖਾਇਆ ਹੈ। ਮੁੰਬਈ ਦੇ ਵਿੱਚ ਵਾਪਰੇ ਇਸ ਘਟਨਾ ਚੱਕਰ ਤੋਂ ਬਾਅਦ ਮਿਊਜ਼ਿਕ ਉਪਕਰਨ ਬਣਾਉਣ ਵਾਲੀ ਕੰਪਨੀ ਬੋਟ ਨੇ ਸ਼ੁਭ ਦੇ ਭਾਰਤ ਦੌਰੇ ਸਟਿਲ ਰੋਲਿਨ ਦੀ ਸਪਾਂਸਰਸ਼ਿਪ ਰੱਦ ਕਰ ਦਿੱਤੀ। ਇਸ ਕੰਪਨੀ ਨੇ ਸਪਾਂਸਰਸ਼ਿਪ ਰੱਦ ਕਰਦਿਆਂ ਕਿਹਾ ਹੈ ਕਿ ਉਹ ਸੱਚੇ ਭਾਰਤੀ ਨੇ ਅਤੇ ਇਸ ਕਲਾਕਾਰ ਦੀਆਂ ਟਿੱਪਣੀਆਂ ਕਾਰਨ ਇਹ ਸ਼ੋਅ ਰੱਦ ਕਰ ਰਹੇ ਨੇ। ਬੁੱਕ ਮਾਈ ਸ਼ੋਅ ਨੇ ਵੀ ਸੀਟ ਬੁਕਿੰਗ ਦੇ ਪੈਸੇ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਪਰ ਦੂਜੇ ਪਾਸੇ ਪੰਜਾਬੀ ਖਾਸ ਕਰਕੇ ਸਿੱਖ ਪੂਰੀ ਦੁਨੀਆ ਦੇ ਵਿੱਚ ਸ਼ੁਭ ਦੇ ਹੱਕ ਦੇ ਵਿੱਚ ਡਟ ਕੇ ਖੜ ਚੁੱਕੇ ਨੇ ਅਤੇ ਸੋਸ਼ਲ ਮੀਡੀਆ ਉੱਪਰ ਸ਼ੁਭ ਖਿਲਾਫ ਫੈਲਾਈ ਜਾ ਰਹੀ ਜ਼ਹਿਰ ਦਾ ਢੁਕਵਾਂ ਜਵਾਬ ਦੇ ਰਹੇ ਨੇ। ਸਟੈਂਡ ਵਿਦ ਸ਼ੁਭ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ। ਕਈ ਹੋਰ ਪੰਜਾਬੀ ਕਲਾਕਾਰਾਂ ਨੇ ਵੀ ਉਸ ਦੀ ਪਿੱਠ ਉਤੇ ਖੜੇ ਹੋ ਕੇ ਪੰਜਾਬੀ ਏਕੇ ਦਾ ਸਬੂਤ ਦਿੱਤਾ। ਸ਼ੁਭ ਨੂੰ ਚਾਹੁਣ ਵਾਲੇ ਉਸ ਨੂੰ ਪੰਜਾਬ ਅਤੇ ਹਰਿਆਣਾ ਦੇ ਵਿੱਚ ਸ਼ੋਅ ਕਰਨ ਲਈ ਕਹਿ ਰਹੇ ਨੇ, ਜਿੱਥੇ ਲੋਕ ਉਸ ਦੇ ਸ਼ੋਅ ਦੇ ਲਈ ਵਹੀਰਾਂ ਘੱਤ ਦੇਣਗੇ। ਕਿਸਾਨ ਲਹਿਰ ਦੌਰਾਨ ਆਪਣੇ ਭੈ ਰਹਿਤ ਪੱਤਰਕਾਰੀ ਕਰਨ ਵਾਲੇ ਆਜ਼ਾਦ ਪੱਤਰਕਾਰ ਮਨਦੀਪ ਪੂਨੀਆ ਨੇ ਵੀ ਟਵਿੱਟਰ ਉੱਪਰ ਸ਼ੁਭ ਦੇ ਹੱਕ ਦੇ ਵਿੱਚ ਆਵਾਜ਼ ਚੁੱਕਦਿਆਂ ਅਤੇ ਹਿੰਦੂਤਵੀਆਂ ਨੂੰ ਮੁਖਾਤਿਬ ਹੁੰਦਿਆਂ ਆਪਣੀਆਂ ਭਾਵਨਾਵਾਂ ਇਸ ਤਰ੍ਹਾਂ ਜ਼ਾਹਿਰ ਕੀਤੀਆਂ। ਪੂਨੀਆ ਨੇ ਕਿਹਾ ਹੈ ਕਿ ਮੈਨੂੰ ਤਾਂ ਉਹਨਾਂ ਲੋਕਾਂ ਉੱਪਰ ਹਾਸਾ ਆ ਰਿਹਾ ਹੈ ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਸ਼ੁਭ ਦਾ ਸ਼ੋਅ ਕੈਂਸਲ ਹੋਣ ਕਾਰਨ ਉਸਦੇ ਕੈਰੀਅਰ ਦੇ ਉੱਪਰ ਕੋਈ ਅਸਰ ਪਵੇਗਾ। ਸ਼ੁਭ ਨੂੰ ਪੰਜਾਬ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਹੀ ਪਿਆਰ ਮਿਲਦਾ ਰਹੇਗਾ, ਉਸਦੇ ਗਾਣੇ ਵੱਜਦੇ ਰਹਿਣਗੇ। ਹਿੰਦੁਸਤਾਨ ਦਾ ਰਾਗ ਅਲਾਪਣ ਵਾਲਿਆਂ ਨੂੰ ਪਹਿਲਾਂ ਵੀ ਉਸਦੇ ਗਾਣੇ ਸਮਝ ਨਹੀਂ ਸਨ ਆਉਂਦੇ, ਚਾਹੇ ਸਿੱਧੂ ਮੂਸੇਵਾਲਾ ਹੋਵੇ ਜਾਂ ਸ਼ੁਭ। ਇਹ ਤੁਹਾਡੇ ਲੈਵਲ ਤੋਂ ਪਾਰ ਦੀ ਗੱਲ ਹੈ। ਸ਼ੁਭ ਦਾ UK ਟੂਰ ਤੁਸੀਂ YouTube ਦੇ ਉੱਪਰ ਵੇਖ ਲਿਓ। ਸ਼ੁਭ ਦੇ ਮਸ਼ਹੂਰ ਗਾਣੇ ਸਟਿਲ ਰੋਲਿਨ ਨੂੰ ਉਸਦੇ YouTube ਚੈਨਲ ਦੇ ਉੱਪਰ 4.3 ਕਰੋੜ ਲੋਕ ਦੇਖ ਚੁੱਕੇ ਨੇ ਅਤੇ 6 ਲੱਖ ਲਾਈਕਸ ਵੀ ਮਿਲ ਚੁੱਕੇ ਨੇ। ਉਸਦੇ ਚੈਨਲ ਦੇ ਸਬਸਕ੍ਰਾਈਬਰਾਂ ਦੀ ਗਿਣਤੀ 32 ਲੱਖ ਤੋਂ ਪਾਰ ਹੋ ਚੁੱਕੀ ਹੈ। ਗਾਉਣ ਤੋਂ ਇਲਾਵਾ ਸ਼ੁਭ ਆਪਣੇ ਰੈਪਿੰਗ ਅਤੇ ਸੰਗੀਤ ਕੰਪੋਜ਼ਿੰਗ ਹੁਨਰ ਲਈ ਵੀ ਜਾਣਿਆ ਜਾਂਦਾ ਹੈ। ਪੰਜਾਬੀਆਂ ਦਾ ਕਹਿਣਾ ਹੈ ਕਿ ਹਿੰਦੂਤਵੀ ਅਨਸਰਾਂ ਵੱਲੋਂ ਇੱਕ ਦਸਤਾਰਧਾਰੀ ਸਿੱਖ ਗਾਇਕ ਦੀ ਦੁਨੀਆ ਭਰ ਦੇ ਵਿੱਚ ਚੜ੍ਹਤ ਜਰੀ ਨਹੀਂ ਸੀ ਜਾ ਰਹੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਦਲਜੀਤ ਦੋਸਾਂਝ ਵੀ ਇਸ ਨਫ਼ਰਤ ਦਾ ਸ਼ਿਕਾਰ ਹੋ ਚੁੱਕਿਆ ਹੈ। ਕਿਸਾਨ ਲਹਿਰ ਦੌਰਾਨ ਹਿੰਦੀ ਫਿਲਮਾਂ ਦੀ ਇੱਕ ਵਿਵਾਦਗ੍ਰਸਤ ਐਕਟਰ ਕੰਗਨਾ ਰਣੌਤ ਨੇ ਉਸ ਦੇ ਖਿਲਾਫ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਹਿਰ ਉਗਲਿਆ ਸੀ। ਹਿੰਦੂਤਵੀ ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਵਿੱਚ ਦਲਜੀਤ ਦੋਸਾਂਝ ਦੇ ਵੱਲੋਂ ਆਪਣੀ ਪਰਫਾਰਮੈਂਸ ਦਿਖਾਉਣ ਤੋਂ ਵੀ ਕਾਫੀ ਔਖੇ ਹੋਏ ਸਨ। ਬਿਊਰੋ ਰਿਪੋਰਟ। ਗੁਰੂ ਘਰਾਂ ਦੇ ਵਿੱਚ ਅਕਸਰ ਹੀ ਤੁਸੀਂ ਵਿਆਹ ਹੁੰਦੇ ਵੇਖੇ ਹੋਣਗੇ, ਪਰ ਇੱਕ ਹੁਣ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕੁੜੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਰਚਾਇਆ ਗਿਆ। ਦਰਅਸਲ ਬਠਿੰਡਾ ਦੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਦੇ ਵਿੱਚ ਕੁੜੀ ਨੇ ਵਿਆਹ ਕਰਵਾਇਆ ਤੇ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਪਰੇਸ਼ਾਨ ਰਹਿ ਗਿਆ ਤੇ ਹੁਣ ਵਿਆਹ ਕਰਵਾਉਣ ਵਾਲਾ ਮਾਮਲਾ ਭਖਦਾ ਜਾ ਰਿਹਾ ਹੈ ਤੇ ਇਸ ਦਾ ਸਿੱਖ ਜਥੇਬੰਦੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀਆਂ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ। ਤੇ ਇੱਥੇ ਇੱਕ ਘਟਨਾ ਹੀ ਕਹਿਣਾ ਪਊ ਵੀ ਘਟਨਾ ਵਾਪਰੀ ਆ ਜਿਹੜੀ ਅਜੇ ਤੱਕ ਨਹੀਂ ਸੀ ਕਿਤੇ ਸਾਡੀ ਕੌਮ ਦੇ ਵਿੱਚ ਵਾਪਰੀ।
ਇੱਕ ਇੱਥੋਂ ਦੀ ਪ੍ਰਬੰਧਕ ਕਮੇਟੀ, ਇੱਥੋਂ ਦੀ ਸਾਰੇ ਜਿੰਨੇ ਵੀ ਗ੍ਰੰਥੀ ਸਿੰਘ, ਰਾਗੀ ਸਿੰਘ, ਇਹਨਾਂ ਨੇ ਰਹਿਤ ਮਰਜ਼ਾਦਾ ਦੀਆਂ ਧੱਜੀਆਂ ਉਡਾ ਕੇ ਤੇ ਇੱਕ ਦੋ ਕੁੜੀਆਂ ਦੇ ਆਨੰਦ ਕਾਰਜ ਕੀਤੇ ਨੇ। ਤੇ ਅੱਜ ਉਹ ਕਹਿ ਰਹੇ ਨੇ ਕਿ ਸਾਨੂੰ ਪਤਾ ਨਹੀਂ ਸੀ ਉਹ ਕੁੜੀ ਨੇ ਪੱਗ ਬੱਧੀ ਸੀ। ਇਹ ਕਿਵੇਂ ਹੋ ਸਕਦਾ ਵੀ ਕੁੜੀ ਦਾ ਪਤਾ ਨਾ ਲੱਗੇ? ਜਦੋਂ ਇਹਨਾਂ ਕੋਲ ਆਧਾਰ ਕਾਰਡ ਆਏ ਨੇ, ਸਾਰਾ ਕੁਝ ਆਇਆ ਹੈ, ਅਗਲੇ ਨੇ ਬੁਕਿੰਗ ਕਰਵਾਈ ਆ, ਇਹ ਕਿਉਂ ਨਹੀਂ ਹੋ ਸਕਦਾ ਵੀ ਇਹਨਾਂ ਨੂੰ ਫਿਰ ਵੀ ਪਤਾ ਨਾ ਲੱਗੇ? ਬਾਕੀ ਨਾ ਕਿੰਨਾ ਮਰਜ਼ੀ ਕੋ ਪਰਦਾ ਰੱਖ ਲੇ, ਜਿਹੜੀ ਕੁੜੀ ਆ ਉਹਨੇ ਕੁੜੀ ਰਹਿਣਾ, ਜੋ ਮੁੰਡਾ ਹੈ ਉਹ ਮੁੰਡਾ ਹੀ ਰਹੂਗਾ, ਉਹਦਾ ਬਿਲਕੁਲ ਪਛਾਣ ਹੁੰਦੀ ਆ, ਦੂਰੋਂ ਹੀ ਹੋ ਜਾਂਦੀ ਆ। ਤੇ ਇਹ ਸਾਰਾ ਕੁਝ ਇਹ ਹੁਣ ਝੂਠ ਬੋਲ ਰਹੇ ਨੇ ਵੀ ਸਾਨੂੰ ਪਤਾ ਨਹੀਂ ਸੀ ਜਾਂ ਇਹ ਜਾਂ ਕੁਝ ਸੀ। ਉਹ ਸਾਰਾ ਕੁਝ ਇਹ ਜਿਹੜੀ ਇੱਥੋਂ ਦੀ ਕਮੇਟੀ ਜਾਂ ਗ੍ਰੰਥੀ ਸਿੰਘ ਨੇ ਸਾਰਾ ਝੂਠ ਬੋਲ ਰਹੇ ਨੇ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਜਥੇਬੰਦੀਆਂ ਵੱਲੋਂ ਕਿ ਇਹਨਾਂ ਦੀ ਜਿਹੜੀ ਇੱਥੋਂ ਦੀ ਕਮੇਟੀ ਆ ਉਹਨੂੰ ਫਟਾਫਟ ਤੁਰੰਤ ਭੰਗ ਕਰਕੇ ਤੇ ਨਵੀਂ ਗੁਰਸਿੱਖਾਂ ਦੀ ਕਮੇਟੀ ਇੱਥੇ ਚੁਣੀ ਜਾਵੇ, ਸਿੱਖ ਜਥੇਬੰਦੀਆਂ ਨੂੰ ਨਾਲ ਸਮਰਥਨ ਦੇ ਵਿੱਚ ਲੈ ਕੇ, ਵਿਸ਼ਵਾਸ ਦੇ ਵਿੱਚ ਲੈ ਕੇ, ਤੇ ਨਾਲ ਹੀ ਜਿਹੜੇ ਇੱਥੇ ਜਿਨ੍ਹਾਂ ਨੇ ਵੀ ਇੱਥੇ ਕੋਈ ਅਵੱਗਿਆ ਕਰੀ ਆ ਉਹਨਾਂ ਨੂੰ ਵੀ ਜੋ ਬਣਦੀ ਧਾਰਮਿਕ ਸਜ਼ਾ ਹੈ ਉਹ ਦਿੱਤੀ ਜਾਵੇ, ਕਿ ਨਹੀਂ ਤੇ ਜਥੇਬੰਦੀਆਂ ਨੂੰ ਕੋਈ ਹੋਰ ਕਦਮ ਚੁੱਕਣ ਵਾਸਤੇ ਮਜਬੂਰ ਨਾ ਹੋਣਾ ਪਵੇ। ਅਸੀਂ ਜਦੋਂ ਇੱਥੇ ਆਏ ਤਾਂ ਗ੍ਰੰਥੀ ਸਿੰਘਾਂ ਨਾਲ ਅਸੀਂ ਗੱਲ ਕੀਤੀ ਕਿ ਤੁਸੀਂ ਕੁੜੀਆਂ ਦੇ ਆਨੰਦ ਕਾਰਜ ਆਪਸ ਦੇ ਵਿੱਚ ਕੀਤੇ ਹੈ, ਤਾਂ ਸਾਡੇ ਕੋਲੇ ਪਹਿਲੀ ਵਾਰ ਜਦੋਂ ਗ੍ਰੰਥੀ ਸਿੰਘ ਦੋਨੇ ਜਾਣੇ ਉਹ ਮੰਨ ਗਏ ਕਿ ਹਾਂ ਅਸੀਂ ਮਤਲਬ ਜਿਹੜੇ ਹੈਗੇ ਆ ਅਸੀਂ ਕੀਤੇ ਆ, ਸਾਨੂੰ ਪਤਾ ਸੀ ਵੀ ਉਹ ਕੁੜੀਆਂ ਹੈ। ਤੇ ਮੈਂ ਬਹੁਤ ਮਾੜੀ ਗੱਲ ਹੈ ਕਿ ਸਿੱਖ ਧਰਮ ਦੇ ਵਿੱਚ ਜਦੋਂ ਸਾਡੇ ਗ੍ਰੰਥੀਆਂ ਨੂੰ, ਸਾਡੀ ਪ੍ਰਬੰਧਕ ਕਮੇਟੀ ਨੂੰ ਇਸ ਤਰ੍ਹਾਂ ਹੀ ਨਹੀਂ ਪਤਾ ਕਿ ਵੀ ਇੱਥੇ ਕੁੜੀਆਂ ਦੇ ਆਨੰਦ ਕਾਰਜ ਹੋ ਸਕਦੇ ਆ, ਕਿਉਂਕਿ ਉਹ ਕੁੜੀਆਂ ਸਾਡੇ ਸਿੱਖ ਧਰਮ ਨਾਲ ਸੰਬੰਧ ਨਹੀਂ ਹੈਗੀਆਂ। ਜੋ ਮਤਲਬ ਇਹਨਾਂ ਨੇ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਕਪਟ ਦੇ ਵਿੱਚ ਆ ਕੇ ਇਹਨਾਂ ਨੇ ਜਿਹੜਾ ਹੈ ਉਹਨਾਂ ਦੇ ਆਨੰਦ ਕਾਰਜ ਕਰਾਏ ਆ, ਜੋ ਕਿ ਬਹੁਤ ਸਾਡੇ ਸਿੱਖ ਧਰਮ ਦੇ ਵਿੱਚ ਸਭ ਤੋਂ ਪਹਿਲੀ ਐਡੀ ਮਾੜੀ ਘਟਨਾ ਵਾਪਰੀ ਹੈ ਕਿ ਇਹਨਾਂ ਲੋਕਾਂ ਨੂੰ ਧਰਤੀ ਫਟ ਜੇ ਕਿ ਜਿਨ੍ਹਾਂ ਲੋਕਾਂ ਨੇ ਸਿੱਖ ਧਰਮ ਦੇ ਜਿਹੜੀਆਂ ਪਰੰਪਰਾਵਾਂ ਦਾ ਘਾਣ ਕੀਤਾ। ਹੁਣ ਅਸੀਂ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਅਸੀਂ ਤਖਤ ਸਾਹਿਬ ਦੇ ਜਥੇਦਾਰ ਨੂੰ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਆਏ, ਅਸੀਂ ਉਹਨਾਂ ਨੂੰ ਵੀ ਬੁਲਾਇਆ। ਸ਼੍ਰੋਮਣੀ ਕਮੇਟੀ ਇੱਥੋਂ ਦੀ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਬਾਰ-ਬਾਰ ਫੋਨ ਕਰ ਰਹੇ ਹਾਂ, ਉਹ ਕੋਈ ਨਹੀਂ ਆ ਰਿਹਾ। ਅਸੀਂ ਅਪੀਲ ਕਰਦੇ ਹਾਂ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਇਸ ਕਮੇਟੀ ਨੂੰ ਤੁਰੰਤ ਭੰਗ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੂੰ, ਸ਼੍ਰੋਮਣੀ ਕਮੇਟੀ ਨੂੰ ਆਪਦੇ ਹੱਥ 'ਚ ਲੈ ਲੈਣਾ ਚਾਹੀਦਾ ਹੈ, ਤੇ ਜਿਹੜੇ ਇੱਥੋਂ ਦੇ ਗ੍ਰੰਥੀ ਹੈ ਉਹਨਾਂ ਨੂੰ ਤੁਰੰਤ ਚੱਲਦਾ ਕਰਕੇ ਉਹਨਾਂ ਤੇ। ਕੈਨੇਡਾ ਬਨਾਮ ਭਾਰਤ ਵਿਵਾਦ ਉੱਤੇ ਸਾਡੇ ਸਿਆਸਤਦਾਨਾਂ ਨੇ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਨੇ। ਗੱਲ ਕਰਦੇ ਹਾਂ ਉਸ ਸਿਆਸਤਦਾਨ ਦੀ ਜਿਸ ਦੀ ਸਿਆਸਤ ਵਿਕਾਸ ਦੇ ਇਰਦ-ਗਿਰਦ ਘੱਟ ਅਤੇ ਖਾਲਿਸਤਾਨ ਦੇ ਦੁਆਲੇ ਜ਼ਿਆਦਾ ਘੁੰਮਦੀ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰਵਨੀਤ ਬਿੱਟੂ ਦੀ। ਅੱਜ ਬਿੱਟੂ ਨੇ ਇਸ ਮਸਲੇ ਉੱਤੇ ਫਿਕਰ ਜ਼ਾਹਿਰ ਕੀਤਾ ਹੈ ਕਿ ਇਸ ਵਿਵਾਦ ਕਾਰਨ ਕੈਨੇਡਾ ਵਿੱਚ ਵਸਦੇ ਸਾਡੇ ਵਿਦਿਆਰਥੀ ਕਾਫੀ ਚਿੰਤਾ ਵਿੱਚ ਨੇ। ਇਸ ਤੋਂ ਇਲਾਵਾ ਬਿੱਟੂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪ੍ਰਤੀ ਕੌੜੇ ਸ਼ਬਦਾਂ ਦੀ ਵੀ ਵਰਤੋਂ ਕੀਤੀ ਹੈ। अगर प्राइम मिनिस्टर हैं वो तो देश के प्राइम मिनिस्टर हैं, और यहाँ देश की बात है। अब ट्रूडो साहब का जहाज तो वैसे नहीं चला, वो खटारा था, 36 घंटे यहाँ खड़ा रहा, तो अब वहां पे जाके उन्होंने एक जो वैसे तो उनके सिटीजन है, सिख, हिंदू, मुस्लिम, ईसाई कोई भी हो, सिटीजन तो उनके हैं, तो अब वो हमारे पे ये कह रहे हैं भी इनको इंडियन एजेंसियों ने वहां पे मरवा दिया। अरे भाई, निज्जर जो है, मैं आपको दो बातें बताऊं। जो मेरे ग्रैंडफादर के किलर थे, असैसिनेशन जिन्होंने किया था हवारा, उसका राइट हैंड ये निज्जर था। 93 में यहां से गया और इसको वहां पे सिटीजनशिप दी गई। और दूसरी, अगर ट्रूडो साहब के फादर और ट्रूडो साहब की पार्टी इतनी ये सिंसियर है इस चीज में, तो जब हमारा कनिष्क, एक हमारा एयर इंडिया का विमान जिसमें 300 से ऊपर लोग थे, उसमें भी मेरे मामा जी कर्नल भिंडर, मिस्टर भिंडर उसके पायलट थे, उसकी तो इन्वेस्टिगेशन इन्होंने की नहीं आज तक। तो दूसरी बात, अब ये जो निज्जर एंड कंपनी है, ये 10 मोस्ट वांटेड जो गैंगस्टर हैं यहाँ पे, यहाँ ड्रग पेडलर है, उनमें से एक था। बाकी 8 वहीं बैठे हुए हैं, छुपा के वहां उनको एक डेन बनी हुई है। तो आगे जैसे पाकिस्तान हुआ करता था, वैसे अब कनाडा ने रूप ले लिया है। और जितना ड्रग पंजाब में है, वो ये 10 गैंगस्टर और ये निज्जर जैसे वहां से ड्रग पंजाब में भेज रहे हैं, हमारे नौजवानों को, पंजाबियों को तबाह करने के लिए। और ट्रूडो साहब को इन्होंने गुरुद्वारों के ऊपर कब्जा किया हुआ है, निज्जर एंड कंपनी ने। 10 गुरुद्वारे थे जिसको इसने कब्जा किया था, और वहां से जो हमारा चढ़ावा चढ़ता है, वहां पे सारा पैसा वो ट्रूडो की पार्टी को जाता है। मैं कहूंगा जो लाखों के लाख, ये तो आधा % नहीं है लोग खालिस्तानी पन्नू जैसे जो कह रहे हैं हम हिंदुओं को यहां नहीं रहने देंगे। अरे गुरु नानक देव जी के टाइम से हिंदू सिख एक है, एक ही रहेगा। पन्नू जैसे कभी ये रिश्ते तोड़ नहीं सकेंगे। अगर ऐसी बात वो करेगा तो उसे भी ये बहुत आने वाले मुश्किल दिनों में उसे झेलना पड़ेगा।
ਹੁਣ ਗੱਲ ਕਰਦੇ ਹਾਂ ਸੁਖਬੀਰ ਬਾਦਲ ਦੀ, ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਵਿੱਚ ਵਸਦੇ ਲੋਕਾਂ ਦੇ ਉਹਨਾਂ ਨੂੰ ਕਾਫੀ ਫੋਨ ਆ ਰਹੇ ਨੇ ਤੇ ਉਹ ਇਸ ਵਿਵਾਦ ਕਾਰਨ ਚਿੰਤਾ ਵਿੱਚ ਨੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਇਹ ਵਿਵਾਦ ਜਲਦੀ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਕੈਨੇਡਾ ਅਤੇ ਭਾਰਤ ਦੀ ਆਪਸ ਦੇ ਵਿੱਚ ਡੂੰਘੀ ਸਾਂਝ ਹੈ। गया है क्योंकि हिंदुस्तान के बाद कनाडा ऐसा देश है जहाँ सबसे ज़्यादा हिंदुस्तानी वहाँ रहते हैं और हिंदुस्तानियों में पंजाब ऐसे हैं जो पंजाब और से सब बहुत ज़्यादा वहाँ हैं। हज़ारों बच्चे हर साल वहाँ कनाडा पढ़ने जाते हैं, हज़ारों फैमिलीज़ वहाँ माइग्रेट कर रही हैं और वहाँ से लोग वहाँ यहाँ अपने देश में आते हैं मिलने के लिए अपने रिश्तेदारों के लिए। अगर वीज़ा डिनाइल हो गया दोनों साइडों में, पिछले 2 दिनों में बहुत ज़्यादा पैनिक पंजाब में हुआ है। बहुत लोगों का फ़ोन मेरे पास आया है, बच्चों का आया है कि हमारा इस कॉलेज का क्या बनेगा, हमारी वहाँ स्टडीज़ का क्या होगा। और बुज़ुर्ग बोल रहे हैं कि हमारे बच्चे वहाँ हैं, कोई बुज़ुर्ग वहाँ स्टक हो गए हैं, हम कैसे वापस आएंगे। सो ये पैनिक इतना बढ़ रहा है और ये पैनिक जैसे बढ़ेगा इसका बहुत ज़्यादा रिएक्शन होगा। सो मैं रिक्वेस्ट करता हूँ गवर्नमेंट ऑफ इंडिया को कि गवर्नमेंट ऑफ कनाडा और इंडिया ये जल्दी इसका कोई सोल्यूशन डिप्लोमेटिक सोल्यूशन निकाले, क्योंकि जितना ये क्राइसिस बढ़ेगा इफेक्ट कॉमन मैन को होगा, क्योंकि ये एक ऐसा देश है कनाडा जहाँ सबसे ज़्यादा हिंदुस्तानी वहाँ रह रहे हैं। ये बातचीत से मामला तय होना चाहिए। हमने अपने कनेडियन एमपी से भी बात करी है और आज शाम को भी हम बात कर रहे हैं जो थोड़े बैलेंस्ड हैं। देखिए, हर रिलीजन में कोई ना कोई फंडामेंटलिस्ट होते हैं, कोई भी धर्म ले लीजिए। अब उन फंडामेंटलिस्ट्स को हम एग्जाम्पल नहीं बना सकते कि सारी कम्युनिटी उनके 99.9% तो दे आर ओके इन एवरी रिलीजन। इस मामले को जो इंडिया कनाडा को ना बातचीत से डायरेक्टली बातचीत से हल करना चाहिए और इसको ज़्यादा ये वीज़ा एक्सपेंड करना, ये फिर अपना जो कड़वापन है, डिस्टेंसेस बढ़ेंगे, उससे पंजाब और पंजाबियों को बहुत नुकसान होगा। हमने भी हमारे वर्ल्ड पंजाबी ऑर्गेनाइजेशन के जो टोरंटो, मॉन्ट्रियल और ऑटवा चैप्टर्स हैं उनको भी बोला है कि आप सद्भावना बनाए रखो, क्योंकि हमारे तो पंजाबी हिंदू भी हैं, सिख भी हैं। इसको ये अननेसेसरली एक इशू बन गया है। किसी 2, 4, 10 लोगों के लिए हम सारे समुदाय को बदनाम नहीं कर सकते और हमें बातचीत के राही डिप्लोमेटिक चैनल से, इवन सेकंड ट्रैक डिप्लोमेसी में हम तैयार हैं रोल प्ले करने को। इसको बात को आगे बढ़ना नहीं देना चाहिए, नहीं तो पंजाबियों का बहुत इसमें नुकसान हो जाएगा और ये खाई इतनी गहरी हो जाएगी तो फिर इसको भरना मुश्किल हो जाएगा। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਹੜ੍ਹਾਂ ਦੇ ਨਾਲ ਹੋਈ ਤਬਾਹੀ ਦੀ ਭਰਪਾਈ ਲਈ ਅੱਜ ਕਿਸਾਨਾਂ ਦੇ ਵੱਲੋਂ ਵੱਖ-ਵੱਖ ਥਾਈਂ ਡੀਸੀ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤਾ ਗਿਆ ਤੇ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਹੈ ਕਿ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਜੇ ਸਰਕਾਰਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਫਸਲਾਂ ਦਾ, ਘਰਾਂ ਦਾ, ਮਨੁੱਖਾਂ ਦੀ ਮੌਤ ਹੋਈ ਹੈ ਤੇ ਜਿਹੜਾ ਪਸ਼ੂਆਂ ਦਾ ਮੁਆਵਜ਼ਾ ਤਾਂ ਦੋਵੇਂ ਸਰਕਾਰਾਂ ਭੱਜ ਚੁੱਕੀਆਂ ਨੇ। ਔਰ ਵੱਡੀ ਗੱਲ ਜਿਹੜੀ ਇਹ ਆ ਕਿ ਕੁਦਰਤੀ ਆਫਤ ਆਈ ਏ, ਕੁਦਰਤੀ ਮੀਂਹ ਪਿਆ ਏ, ਹੜ੍ਹ ਆਏ ਨੇ ਤਾਂ ਕੇਂਦਰ ਸਰਕਾਰ ਜਿਹੜੀ ਇਹਨੂੰ ਹੜ੍ਹਾਂ ਨੂੰ ਕੁਦਰਤੀ ਆਫਤ ਐਲਾਨਣ ਤੋਂ ਮੁਨਕਰ ਹੋ ਚੁੱਕੀ ਏ। ਜਦੋਂ ਕਿ ਹੜ੍ਹਾਂ ਲਈ ਮੁਆਵਜ਼ਾ ਰੱਖਿਆ ਗਿਆ ਹੈ, ਕੁਦਰਤੀ ਆਫਤਾਂ ਲਈ ਮੁਆਵਜ਼ਾ ਰੱਖਿਆ ਗਿਆ ਹੈ, ਉਹਦੇ 'ਚ ਕਰਨਾ ਕੁਝ ਨਹੀਂ, ਬਸ ਐਲਾਨਣਾ ਹੈ ਤੇ ਉਹ ਮੁਆਵਜ਼ਾ ਜਾਰੀ ਹੋ ਜਾਣਾ ਹੈ। ਔਰ ਦੋਵੇਂ ਸਰਕਾਰਾਂ ਰਾਜਨੀਤੀ ਕਰ ਰਹੀਆਂ ਨੇ। ਪੰਜਾਬ ਵਾਲੇ ਕਹਿੰਦੇ ਸਾਡੇ ਕੋਲੇ ਬਹੁਤ ਹੈਗਾ, ਅਸੀਂ ਮੰਗਣਾ ਨਹੀਂਗਾ, ਔਰ ਕੇਂਦਰ ਵਾਲੇ ਕਹਿੰਦੇ ਨੇ ਦੇ ਮੰਗਣਗੇ ਤੇ ਦੇਵਾਂਗੇ। ਤਾਂ ਪੰਜਾਬ ਸਰਕਾਰ ਨੇ 186 ਕਰੋੜ ਰੁਪਈਆ ਜਾਰੀ ਕੀਤਾ ਹੈ। ਉਹ ਕੇਂਦਰ ਸਰਕਾਰ ਨੇ ਜਿਹੜਾ ਹੜ੍ਹਾਂ ਵਾਲੇ 218 ਕਰੋੜ ਦਿੱਤਾ ਸੀ, ਉਹਦੇ 'ਚ ਵੀ 32 ਕਰੋੜ ਪੰਜਾਬ ਵਾਲੇ ਖਾ ਗਏ, ਦੇ ਨਹੀਂ ਰਹੇ। ਔਰ ਕੇਂਦਰ ਦੀ ਟੀਮ ਆਈ ਹੈ ਪੂਰੇ ਪੰਜਾਬ ਦਾ ਦੌਰਾ ਕਰਨ। ਜਿਹੜਾ ਪੂਰਾ ਨੁਕਸਾਨ ਹੋਇਆ ਉਹਦਾ ਅਨੁਮਾਨ ਲਾ ਕੇ ਗਏ ਨੇ, ਬਹੁਤ ਘਟਾ ਕੇ ਲਾਇਆ ਹੈ ਤੇ 1300 ਕਰੋੜ ਦਾ ਲਾਇਆ। ਤਾਂ ਸਾਡੀ ਕਿਸਾਨਾਂ ਦੀ ਮੰਗ ਹੈ ਕਿ ਜਿਹੜਾ 1 ਲੱਖ ਕਰੋੜ ਦਾ ਨੁਕਸਾਨ ਹੋਇਆ ਉਹ ਜਾਰੀ ਕੀਤੇ ਜਾਣ। 1300 ਕਰੋੜ ਵੀ ਬਹੁਤ ਘੱਟ ਹੈ ਔਰ 186 ਕਰੋੜ ਤਾਂ ਬਿਲਕੁਲ ਘੱਟ ਹੈ। ਔਰ 2 ਮਹੀਨੇ ਹੋ ਗਏ, ਅਸੀਂ 19 ਅਗਸਤ ਨੂੰ ਚੇਤਾਵਨੀ ਪੱਤਰ ਦਿੱਤੇ, 3 ਦਿਨ ਬੀਜੇਪੀ ਤੇ ਆਪ ਦੇ ਘਰਾਂ ਅੱਗੇ ਧਰਨੇ ਦਿੱਤੇ, ਅੱਜ ਫਿਰ ਘਿਰਾਓ ਕੀਤੇ, ਪਰ ਪੰਜਾਬ ਤੇ ਕੇਂਦਰ ਸਰਕਾਰ ਦੋਵਾਂ ਨੇ ਮੁਆਵਜ਼ਾ ਜਾਰੀ ਨਹੀਂ ਕੀਤਾ।
ਤਾਂ ਅਗਲਾ ਜਿਹੜਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਚੇਤਾਵਨੀ ਦਿੱਤੀ ਕਿ ਫਿਰ ਤੁਹਾਨੂੰ ਅਸੀਂ ਪਿੰਡਾਂ ਦੇ ਵਿੱਚ ਨਿਕਲ ਨਹੀਂ ਦਿਆਂਗੇ, ਰੈਲੀਆਂ ਨਹੀਂ ਕਰਨ ਦਿਆਂਗੇ, ਮੀਟਿੰਗਾਂ ਨਹੀਂ ਕਰਨ ਦਿਆਂਗੇ ਤੇ ਕੋਈ ਚੋਣ ਮੁਹਿੰਮ ਨਹੀਂ ਕਰਨ ਦਿਆਂਗੇ। ਤਾਂ ਜੇ ਤੁਸੀਂ ਮੁਆਵਜ਼ਾ ਜਾਰੀ ਨਹੀਂ ਕਰਦੇ, ਪੰਜਾਬ ਸਰਕਾਰ ਜਾਰੀ ਨਹੀਂ ਕਰਦੀ, ਕੇਂਦਰ ਸਰਕਾਰ ਜਾਰੀ ਨਹੀਂ ਕਰਦੀ, ਤਾਂ ਸਾਡੇ ਜਿਹੜੇ ਕਿਸਾਨ ਨੇ ਇਹ ਤਿਆਰ ਖੜੇ ਨੇ ਤੁਹਾਨੂੰ ਘੇਰਨ ਲਈ ਪਿੰਡਾਂ 'ਚ। ਤਾਂ ਜੰਗ ਦਾ ਮੈਦਾਨ ਫਿਰ ਪਿੰਡਾਂ ਦੇ ਵਿੱਚ ਹੋਏਗਾ ਤੇ ਉੱਥੇ ਵੇਖਾਂਗੇ ਵੀ ਤੁਸੀਂ ਮੁਆਵਜ਼ਾ ਜਾਰੀ ਕਰੇ ਤੋਂ ਬਿਨਾ ਪਿੰਡਾਂ ਦੇ ਵਿੱਚ ਕਿਵੇਂ ਆਉਂਦੇ ਜੇ। ਸੋ ਇਸ ਲਈ ਜਿਹੜਾ ਮੁਆਵਜ਼ਾ ਜਾਰੀ ਕਰੋ, ਕਿਸਾਨਾਂ ਦੀ ਘਾਟਾ ਪੂਰਤੀ ਕਰੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਲੰਧਰ ਵਿਖੇ ਟ੍ਰੇਨਿੰਗ ਪੂਰੀ ਕਰ ਚੁੱਕੇ 2999 ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਦੌਰਾਨ ਸੀਐਮ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਅਤੇ ਕਾਂਸਟੇਬਲਾਂ ਨੂੰ ਸੀਐਮ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੀ ਸੁਰੱਖਿਆ ਲਈ ਡਟ ਕੇ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਉਹਨਾਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਨੂੰ ਲੈ ਕੇ ਵੀ ਆਪਣਾ ਬਿਆਨ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ 2999 ਜਵਾਨਾਂ ਦੀ ਇਕੱਠੀ ਪਰੇਡ ਹੋਈ ਹੈ, ਜਿਸ ਦੇ ਵਿੱਚ 1098 ਕੁੜੀਆਂ ਤੇ 1901 ਮੁੰਡੇ ਪਰੇਡ ਦਾ ਹਿੱਸਾ ਬਣੇ। ਕਿ ਕੋਈ ਇਹ ਨਹੀਂ ਕਹੂਗਾ ਕਿ ਤੁਸੀਂ ਕੁੜੀ ਧੀ ਜੰਮੀ ਹੈ ਜਾਂ ਜੰਮਣ ਤੋਂ ਪਹਿਲਾਂ ਮਾਰਨ ਦਾ ਜਿਹੜਾ ਸਾਡੇ ਤੇ ਕਲੰਕ ਲੱਗ ਗਿਆ ਸੀ। ਅੱਜ ਅਸੀਂ ਸਾਡੀਆਂ ਧੀਆਂ ਨੇ, ਸਾਡੀਆਂ ਭੈਣਾਂ ਨੇ ਇੰਨੀਆਂ ਔਖੀਆਂ ਟ੍ਰੇਨਿੰਗਾਂ ਕਰਕੇ, ਜਿਹਦੇ ਵਿੱਚੋਂ ਇੱਕ ਕੁੜੀ ਮੈਨੂੰ ਜਿੱਥੇ ਪੁਰਸਕਾਰ ਮਿਲਦੇ ਸੀ ਕਿ 5 ਮੁੰਡਿਆਂ ਨੂੰ ਹਰਾ ਕੇ ਉਹਨੇ ਸ਼ੂਟਿੰਗ ਦੇ ਵਿੱਚ ਪੁਰਸਕਾਰ ਜਿੱਤਿਆ। ਅੱਜ ਉਹਨਾਂ ਦੇ ਮਾਪਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੋਣੀ ਇੱਥੇ ਬੈਠਿਆਂ ਨੂੰ ਕਿ ਸਾਡੀਆਂ ਧੀਆਂ ਜਿਹੜੀਆਂ ਨੇ ਉਹਨਾਂ ਨੇ ਨਾਮ ਰੌਸ਼ਨ ਕੀਤਾ ਹੈ। ਔਰ ਮੈਨੂੰ ਪਤਾ ਹੈ ਜਿਸ ਵੇਲੇ ਮੈਂ ਇਸੇ ਗਰਾਊਂਡ 'ਚ ਆਇਆ ਸੀਗਾ ਪਿਛਲੇ ਦਿਨੀ, ਜਦੋਂ 560 ਸਬ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ, ਤਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਪਿੰਡਾਂ 'ਚੋਂ ਢੋਲ ਨਾਲ ਖੁਸ਼ੀਆਂ ਮਨਾਉਣ ਦੀਆਂ ਵੀਡੀਓ ਸਾਹਮਣੇ ਆਈਆਂ ਸੀ ਕਿ ਸਾਡੇ ਪਿੰਡ ਦੀ ਕੁੜੀ ਨੂੰ ਸਬ ਇੰਸਪੈਕਟਰ ਦੀ ਨੌਕਰੀ ਮਿਲੀ ਹੈ। ਹੁਣ ਸਾਡੇ ਪਿੰਡ ਦੇ 5 ਮੁਲਾਜ਼ਮ ਹੋ ਗਏ, ਹੁਣ ਸਾਡੇ ਪਿੰਡ ਦੇ 4 ਮੁਲਾਜ਼ਮ ਹੋ ਗਏ। ਸੋ ਮੈਂ ਜਿਹੜਾ ਫਿਊਚਰ ਦੇ ਵਿੱਚ ਅਸੀਂ ਭਰਤੀਆਂ ਦਾ ਦੌਰ ਜਿਹੜਾ ਉਹਦੇ 'ਚ ਪੰਜਾਬ ਪੁਲਿਸ 'ਚ 1800 ਸਿਪਾਹੀ ਤੇ 300 ਸਬ ਇੰਸਪੈਕਟਰਾਂ ਦੀ ਭਰਤੀ ਦੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ। 53 ਸਿਪਾਹੀ ਤੇ 12 ਸਬ ਇੰਸਪੈਕਟਰ ਸਪੋਰਟਸ ਕੋਟੇ 'ਚ ਭਰਤੀ ਕੀਤੇ ਜਾਣਗੇ। ਇਹ ਇਸ ਤਰ੍ਹਾਂ ਚੱਲਦਾ ਰਹੂਗਾ ਤੇ ਨਾਲ ਇਸੇ ਬੈਚ ਦੇ ਵਿੱਚੋਂ ਹੀ ਜਿਹੜੀ ਨਵੀਂ ਪੁਲਿਸ ਬਣਾ ਰਹੇ ਆਪਾਂ SSF, ਸੜਕ ਸੁਰੱਖਿਆ ਫੋਰਸ, ਕਿਉਂਕਿ ਸੜਕਾਂ ਤੇ ਬਹੁਤ ਡੇਂਜਰਸ ਲਾਈਫ ਹੋ ਗਈ ਹੈ। ਇੱਕ ਦਿਨ 'ਚ 14 ਦੀ ਐਵਰੇਜ ਪੰਜਾਬ ਦੇ ਵਿੱਚ, ਇੱਕ ਦਿਨ 'ਚ 14 ਔਨ ਸਪੌਟ ਡੈਥ, 14 ਮੌਤਾਂ ਦੀ। ਇਹ ਮੈਂ 2018 'ਚ ਪਾਰਲੀਮੈਂਟ 'ਚ ਬੋਲਿਆ ਸੀ, ਹੁਣ ਤਾਂ ਵੱਧ ਗਿਆ ਹੋਣੀਆਂ। ਜੇ 14 ਵੀ ਲਾ ਲਈਏ ਤਾਂ ਵੀ ਸਾਲ ਦੇ 52-5300 ਲੋਕ ਸੜਕਾਂ ਤੇ ਐਵੇਂ ਕੀਮਤੀ ਜਾਨਾਂ ਗਵਾ ਲੈਂਦੇ ਆ। ਸੋ ਅਸੀਂ ਕਿਹਾ ਵੀ ਇੱਕ ਪੁਲਿਸ ਹੀ ਇਦਾਂ ਦੀ ਰੱਖੀਏ ਜਿਹੜੀ ਸੜਕ ਤੇ ਰਵੇ। ਉਹਨਾਂ ਕੋਲੇ ਸ਼ਾਨਦਾਰ, ਜਿਹੜੀ ਅੱਜ ਸਭ ਤੋਂ ਤਕੜੀ, ਜਿਹੜੀ ਸਭ ਤੋਂ ਵੱਧ ਹਾਰਸ ਪਾਵਰ ਦੀਆਂ ਗੱਡੀਆਂ ਦੇਵਾਂਗੇ ਉਹਨਾਂ ਨੂੰ। ਉਹਨਾਂ ਦੇ ਵਿੱਚ ਉਹਨਾਂ ਕੋਲੇ ਫਸਟ ਏਡ ਦਾ ਸਮਾਨ ਹੋਊਗਾ, ਗੈਸ ਕਟਰਸ ਹੋਣਗੇ ਉਹਨਾਂ ਕੋਲੇ। ਗੱਡੀਆਂ ਨੂੰ ਕੋਈ ਟਰੱਕ ਖਰਾਬ ਹੋ ਗਿਆ, ਕੋਈ ਗੰਨੇ ਵਾਲੀ ਟਰਾਲੀ ਪਲਟ ਗਈ, ਉਹਨਾਂ ਨੂੰ ਚੱਕ ਕੇ ਸਾਈਡ ਤੇ ਕਰਨ ਦਾ ਉਹਨਾਂ ਦਾ ਸਾਰਾ ਹੋਊਗਾ ਪ੍ਰਬੰਧ। ਹਰ 30 ਕਿਲੋਮੀਟਰ ਬਾਅਦ ਤੁਹਾਨੂੰ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਇੱਕ SSF ਦੀ ਸ਼ਾਨਦਾਰ ਗੱਡੀ ਤੇ ਬਹੁਤ ਸ਼ਾਨਦਾਰ ਵਰਦੀ ਉਹਦੀ ਸਿਲੈਕਟ ਕੀਤੀ ਹੈ ਸਾਡੇ ਜਿਹੜੇ ਪੰਜਾਬ ਪੁਲਿਸ ਨੇ। ਉਹ ਤੁਹਾਨੂੰ ਜਵਾਨ ਉੱਥੇ ਮਿਲਣਗੇ ਜਾਨਾਂ ਬਚਾਉਂਦੇ। ਲੋਕ ਸਭਾ ਦੇ ਵਿੱਚ ਔਰਤਾਂ ਨੂੰ ਰਾਖਵਾਂਕਰਨ ਦੇਣ ਵਾਲਾ ਨਾਰੀ ਸ਼ਕਤੀ ਵੰਦਨ ਐਕਟ ਦੇ ਲਈ ਸੰਵਿਧਾਨਕ ਸੋਧ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਉੱਤੇ ਵਿਰੋਧੀ ਧਿਰਾਂ ਦੇ ਵੱਲੋਂ ਲਗਾਤਾਰ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ। ਇਸੇ ਤਹਿਤ ਅੱਜ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਉਹਨਾਂ ਕਿਹਾ ਹੈ ਕਿ ਇਹ ਬਿੱਲ ਪਾਸ ਤਾਂ ਹੋ ਚੁੱਕਿਆ ਹੈ, ਪਰ लागू कदों होगा इस बारे नहीं पता। आज जो सीट्स हैं लोकसभा में, विधानसभा में, वो महिलाओं को दी जा सकती हैं। कोई कॉम्प्लिकेटेड मामला नहीं है, मगर सरकार वो नहीं करना चाहती है। सरकार ने ये देश के सामने रख दिया है, मगर रियलिटी ये है कि ये इंप्लीमेंट आज से 10 साल बाद होगा। ये भी नहीं मालूम कि होगा या नहीं होगा। तो एक प्रकार से ये डिस्ट्रैक्शन टैक्टिक है, डाइवर्जन टैक्टिक है। डाइवर्जन किस चीज से हो रहा है? डाइवर्जन ओबीसी सेंसस से हो रहा है। मैंने पार्लियामेंट में सिर्फ एक इंस्टीट्यूशन के बारे में बात की, वो जो हिंदुस्तान की सरकार का
सेंटर है, कोर है, जो हिंदुस्तान की सरकार को चलाता है, कैबिनेट सेक्रेटरी एंड सेक्रेटरीज। और उसमें मैंने एक छोटा सा सवाल पूछा। प्रधानमंत्री कहते हैं कि वो ओबीसी के लिए बहुत काम कर रहे हैं। अगर प्रधानमंत्री इतना काम कर रहे हैं तो 90 लोगों में से सिर्फ 3 लोग ओबीसी कम्युनिटी से क्यों हैं? पहला सवाल। दूसरा सवाल, मैंने यही एनालिसिस बजट को देख के की कि भैया पूरा हिंदुस्तान का बजट क्या है और ये जो ओबीसी ऑफिसर्स हैं ये इस बजट में से कितना कंट्रोल कर रहे हैं और क्या कंट्रोल कर रहे हैं। आदिवासी क्या कंट्रोल कर रहे हैं, दलित क्या कंट्रोल कर रहे हैं। ओबीसी हिंदुस्तान के 5% बजट को कंट्रोल कर रहा है, ओबीसी ऑफिसर्स। तो मुझे बात समझ नहीं आ रही है। प्रधानमंत्री हर रोज ओबीसी की बात करते हैं, ओबीसी प्राइड की बात करते हैं, मगर ओबीसी के लिए किया क्या? अब जब मैंने ये बात बोली, उनका रिस्पॉन्स बड़ा इंटरेस्टिंग है। वो कहते हैं कि लोकसभा में हमारा रिप्रेजेंटेशन है। लोकसभा में रिप्रेजेंटेशन का क्या लेना देना है? मैं कह रहा हूं कि बजट डिसीजन जो लेते हैं, जो बजट को ऑफिसर्स हैं, जो बजट को कंट्रोल करते हैं, 5% ओबीसी निर्णय ले रहे हैं। और मैंने सिर्फ यह सवाल पूछा, क्या हिंदुस्तान में ओबीसी की आबादी 5% है? यह मैं जानना चाहता हूं। अगर 5% है तो फिर वो ठीक है, उसको मैं एक्सेप्ट करने के लिए तैयार हूं। मगर अगर वो 5% से ज्यादा है तो मुझे यह पता लगाना है, और एक बार मैं मन बना लेता हूं, मैं छोड़ता नहीं हूं, मुझे यह पता लगाना है। ਸੋ ਫਿਲਹਾਲ ਦੇ ਲਈ ਪੰਜਾਬ ਨਿਊਜ਼ ਦੇ ਵਿੱਚ ਇੰਨਾ ਹੀ ਤੇ ਹੁਣ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।